ਹੈਲੋ ਦੋਸਤੋ, ਵੈਲਕਮ ਬੈਕ ਮਾਈ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ ਓਫੀਸ਼ੀਅਲ YouTube ਚੈਨਲ ਤੇ। ਦੋਸਤੋ, ਅੱਜ ਦੀ ਕਲਾਸ ਦੇ ਵਿੱਚ ਆਪਾਂ ਅਗਸਤ ਮੰਥ ਦੇ ਡੇਲੀ ਕਰੰਟ ਅਫੇਅਰਸ ਕਵਰ ਕਰਨ ਜਾ ਰਹੇ ਹਾਂ। ਦੋਸਤੋ, ਜੇਕਰ ਤੁਸੀਂ ਇਸ ਕਲਾਸ ਦਾ PDF ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ। ਤਾਂ ਚਲੋ ਦੋਸਤੋ, ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ। ਅੱਜ ਦਾ ਕੁਐਸਚਨ ਨੰਬਰ 1, ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਦਾ ਨਵਾਂ ਚੇਅਰਮੈਨ ਕੌਣ ਬਣਿਆ ਹੈ? ਤਾਂ ਜਿਹੜੇ DRDO ਦੇ ਨਵੇਂ ਚੇਅਰਮੈਨ ਨੇ ਉਹ ਕੌਣ ਬਣੇ ਨੇ? ਤਾਂ ਇਸ ਦਾ ਆਨਸਰ ਕੀ ਰਹੇਗਾ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ B, ਸਮੀਰ ਵੀ ਕਾਮਤ। ਜੋ ਸਮੀਰ ਵੀ ਕਾਮਤ ਨੇ ਉਹ DRDO ਦੇ ਨਵੇਂ ਚੇਅਰਮੈਨ ਬਣੇ ਨੇ। ਠੀਕ ਹੈ, ਤਾਂ ਇਹਨਾਂ ਨੇ ਕਿਸ ਦੀ ਜਗ੍ਹਾ ਲਈ ਹੈ? ਤਾਂ ਜੀ ਸਤੀਸ਼ ਰੈਡੀ ਦੀ। ਠੀਕ ਹੈ, ਜਿਹੜੇ ਸਮੀਰ ਵੀ ਕਾਮਤ DRDO ਦੇ ਚੇਅਰਮੈਨ ਬਣੇ ਨੇ ਉਹਨਾਂ ਨੇ ਜੀ ਸਤੀਸ਼ ਰੈਡੀ ਦੀ ਜਗ੍ਹਾ ਲਈ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਤਾਂ ਇਸ ਦੇ ਵਿੱਚ ਗੱਲ ਕੀਤੀ ਗਈ ਹੈ DRDO ਦੀ। ਠੀਕ ਹੈ, ਤਾਂ DRDO ਦੀ ਫੁੱਲ ਫਾਰਮ ਬਾਰੇ ਪੁੱਛਿਆ ਜਾਵੇ ਤਾਂ DRDO ਫੁੱਲ ਫਾਰਮ ਹੁੰਦੀ ਹੈ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ। ਠੀਕ ਹੈ, ਅਤੇ ਜੇਕਰ ਇਸ ਦੀ ਗੱਲ ਕੀਤੀ ਜਾਵੇ ਕਿ ਇਸ ਦੀ ਸਥਾਪਨਾ ਕਦੋਂ ਹੋਈ ਹੈ ਤਾਂ DRDO ਦੀ ਸਥਾਪਨਾ 1958 ਵਿੱਚ ਹੋਈ ਹੈ ਅਤੇ ਇਸ ਦਾ ਹੈੱਡਕੁਆਟਰ ਨਵੀਂ ਦਿੱਲੀ ਦੇ ਵਿੱਚ ਸਥਿਤ ਹੈ। ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਫਰੈਂਡਸ, ਇਹ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਨੈਕਸਟ ਕੁਐਸਚਨ। ਕਿਸ ਹਿੰਦੀ ਲੇਖਕ ਨੂੰ ਆਪਣੇ ਨਾਟਕ ਮਹਾਬਲੀ ਲਈ 31ਵਾਂ ਵਿਆਹ ਸਨਮਾਨ 2021 ਨਾਲ ਸਨਮਾਨਿਤ ਕੀਤਾ ਗਿਆ ਹੈ? ਤਾਂ ਇਸ ਦਾ ਆਨਸਰ ਕੀ ਹੋਵੇਗਾ? ਤਾਂ ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ A, ਅਸਗਰ ਵਜ਼ਾਹਤ ਨੂੰ। ਠੀਕ ਹੈ, ਤਾਂ ਦੋਸਤੋ ਜਿਹੜੇ ਅਸਗਰ ਵਜ਼ਾਹਤ ਨੇ ਉਹਨਾਂ ਨੂੰ 31ਵੇਂ ਵਿਆਹ ਸਨਮਾਨ 2021 ਦਿੱਤਾ ਗਿਆ ਹੈ। ਨਾਟਕ ਮਹਾਬਲੀ ਮੁਗਲ ਸਮਰਾਟ ਅਕਬਰ ਅਤੇ ਕਵੀ ਤੁਲਸੀਦਾਸ ਨਾਲ ਕੇਂਦਰਿਤ ਹੈ। ਠੀਕ ਹੈ, ਤਾਂ ਜਿਹੜੇ ਅਸਗਰ ਵਜ਼ਾਹਤ ਨੇ ਉਹਨਾਂ ਨੂੰ 31ਵਾਂ ਵਿਆਹ ਸਨਮਾਨ ਦਿੱਤਾ ਗਿਆ 2021 ਦੇ ਵਿੱਚ। ਠੀਕ ਹੈ, ਤਾਂ KK ਬਿਰਲਾ ਫਾਊਂਡੇਸ਼ਨ ਹੈ ਜਿਹੜੀ ਉਸਨੇ ਪਿਛਲੇ 10 ਸਾਲਾਂ ਦੇ ਦੌਰਾਨ ਇੱਕ ਭਾਰਤੀ ਨਾਗਰਿਕ ਦੁਆਰਾ ਹਿੰਦੀ ਵਿੱਚ ਸ਼ਾਨਦਾਰ ਸਾਹਿਤਕ ਲਿਖਣ ਲਈ ਦਿੱਤਾ ਗਿਆ ਹੈ ਵਿਆਸ ਸਨਮਾਨ। ਇਹ ਵੀ ਤੁਸੀਂ ਯਾਦ ਰੱਖਣਾ, ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ। ਦੇਖਦੇ ਹਾਂ ਆਪਾਂ ਨੈਕਸਟ ਕੁਐਸਚਨ। ਕਿਸ ਦੇਸ਼ ਨੇ ਹਾਈਡਰੋਜਨ ਬਾਲਣ 'ਤੇ ਚੱਲਣ ਵਾਲੀ ਦੁਨੀਆ ਦੀ ਪਹਿਲੀ ਰੇਲ ਸੇਵਾ ਸ਼ੁਰੂ ਕੀਤੀ ਹੈ? ਤਾਂ ਕਿਹੜੇ ਦੇਸ਼ ਨੇ ਇਹ ਰੇਲ ਸੇਵਾ ਸ਼ੁਰੂ ਕੀਤੀ ਹੈ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ C, ਜਰਮਨੀ ਦੇਸ਼ ਨੇ। ਤਾਂ ਇਸ ਦੇ ਕੁਝ ਆਪਾਂ ਇੰਪੋਰਟੈਂਟ ਪੁਆਇੰਟਸ ਦੇਖ ਲੈਂਦੇ ਹਾਂ। ਤਾਂ ਜਿਹੜਾ ਜਰਮਨੀ ਦੇਸ਼ ਹੈ ਤਾਂ ਇਸ ਨੇ ਹਾਈਡਰੋਜਨ ਬਾਲਣ ਵਾਲੀ ਰੇਲ ਸੇਵਾ ਸ਼ੁਰੂ ਕੀਤੀ ਹੈ। ਠੀਕ ਹੈ, ਇਹ ਦੁਨੀਆ ਦੀ ਪਹਿਲੀ ਹਰੀ ਰੇਲ ਸੇਵਾ ਹੈ। ਠੀਕ ਹੈ, ਤਾਂ ਜਿਹੜੀ ਫਰਾਂਸ ਦੀ ਕੰਪਨੀ ਅਲਸਟਮ ਦੀਆਂ 14 ਰੇਲਾਂ ਨਾਲ ਇਹ ਸੇਵਾ ਜਰਮਨ ਦੇ ਸ਼ਹਿਰ ਲੋਅਰ ਸੈਕਸਨੀ, ਠੀਕ ਹੈ ਤੁਸੀਂ ਇਹ ਵੀ ਯਾਦ ਰੱਖਣਾ, ਲੋਅਰ ਸੈਕਸਨੀ 'ਚ ਸ਼ੁਰੂ ਕੀਤੀ ਗਈ ਹੈ। ਤਾਂ ਜਿਹੜੀ ਤਾਂ ਇਹ ਹਾਈਡਰੋਜਨ ਟ੍ਰੇਨਾਂ ਦੇ ਇਸ ਫਲੀਟ ਦੇ ਲਗਭਗ 9.3 ਮਿਲੀਅਨ ਯੂਰੋ ਖਰਚ ਕੀਤੇ ਗਏ ਹਨ, ਜਿਸ 'ਤੇ ਜਿਹੜਾ ਖਰਚਾ ਆਇਆ ਤਾਂ ਉਹ 9.3 ਮਿਲੀਅਨ ਹੈ। ਠੀਕ ਹੈ, ਜਿਸ ਦੀ ਮਦਦ ਨਾਲ ਹੁਣ ਹਰ ਸਾਲ 4400 ਟਨ ਕਾਰਬਨ ਡਾਈਆਕਸਾਈਡ ਹੈ, ਤੁਸੀਂ ਯਾਦ ਰੱਖਣਾ, ਜਿਹੜੀ 4400 ਟਨ ਕਾਰਬਨ ਡਾਈਆਕਸਾਈਡ ਨੂੰ ਵਾਤਾਵਰਨ ਵਿੱਚ ਜਾਣ ਤੋਂ ਰੋਕਿਆ ਜਾਵੇਗਾ। ਠੀਕ ਹੈ, ਤਾਂ ਆਪਾਂ ਜਰਮਨੀ ਦੇ ਰਿਲੇਟਡ ਕੁਝ ਕੁਐਸਚਨ ਕਰ ਲੈਂਦੇ ਹਾਂ। ਤਾਂ ਜਰਮਨੀ ਜਿਹੜੀ ਉਹ ਯੂਰਪ ਮਹਾਦੀਪ ਦੇ ਵਿੱਚ ਸਥਿਤ ਹੈ। ਤਾਂ ਇਸ ਦੀ ਰਾਜਧਾਨੀ ਦੀ ਗੱਲ ਕਰੀਏ ਤਾਂ ਜਰਮਨੀ ਦੀ ਰਾਜਧਾਨੀ ਬਰਲਿਨ ਹੈ। ਤਾਂ ਉਸਦੀ ਉੱਥੇ ਮੁਦਰਾ ਦੀ ਗੱਲ ਕਰੀਏ ਤਾਂ ਜਰਮਨੀ ਦੀ ਮੁਦਰਾ ਯੂਰੋ ਹੈ। ਜਰਮਨੀ ਦੇ ਜਿਹੜੇ ਰਾਸ਼ਟਰਪਤੀ ਨੇ ਉਹ ਨੇ ਫਰੈਂਕ ਵਾਲਟਰ ਸਟੇਨਮੀਅਰ। ਅਤੇ ਜਰਮਨੀ ਦੀ ਸਭ ਤੋਂ ਲੰਬੀ ਨਦੀ ਦਾ ਕੀ ਨਾਮ ਹੈ? ਤਾਂ ਰੋਇਨ ਨਦੀ। ਜਿਹੜੀ ਜਰਮਨੀ ਦੀ ਸਭ ਤੋਂ ਲੰਬੀ ਨਦੀ ਹੈ ਉਸਦਾ ਨਾਮ ਹੈ ਰੋਇਨ ਨਦੀ। ਠੀਕ ਹੈ, ਜਰਮਨੀ ਦੇ ਸੰਵਿਧਾਨ ਤੋਂ ਆਪਣੇ ਭਾਰਤ ਨੇ ਕੀ ਲਿਆ ਹੈ? ਤਾਂ ਜਿਹੜੇ ਜਰਮਨੀ ਦਾ ਸੰਵਿਧਾਨ ਹੈ ਭਾਰਤ ਨੇ ਉਸ ਤੋਂ ਐਮਰਜੈਂਸੀ ਦੌਰਾਨ ਰਾਸ਼ਟਰਪਤੀ ਦੇ ਮੌਲਿਕ ਅਧਿਕਾਰ ਅਤੇ ਮੌਲਿਕ ਅਧਿਕਾਰਾਂ ਦੀ ਤਬਦੀਲੀ ਇਹ ਸੰਵਿਧਾਨ ਵਿੱਚੋਂ ਜਰਮਨੀ ਦੇ ਸੰਵਿਧਾਨ ਵਿੱਚੋਂ ਲਏ ਗਏ ਨੇ। ਠੀਕ ਹੈ, ਤਾਂ ਜਰਮਨੀ ਦੀ ਸੰਸਦ ਦਾ ਕੀ ਨਾਮ ਹੈ? ਤਾਂ ਬੈਂਡਸਟੈਗ। ਇਹ ਤੁਸੀਂ ਯਾਦ ਰੱਖਣਾ, ਇਹ ਕਾਫੀ ਇੰਪੋਰਟੈਂਟ ਕੁਐਸਚਨ ਨੇ। ਤਾਂ ਵੱਧਦੇ ਆਪਾਂ ਨੈਕਸਟ ਕੁਐਸਚਨ 'ਤੇ। ਮਹਿਲਾ ਸਮਾਨਤਾ ਦਿਵਸ 2022 ਵੂਮਨ ਇਕੁਐਲਿਟੀ ਡੇ 2022 ਇਹ ਕਦੋਂ ਮਨਾਇਆ ਜਾਂਦਾ ਹੈ? ਤਾਂ ਇਸ ਦਾ ਆਨਸਰ ਕੀ ਰਹੇਗਾ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ C, 26 ਅਗਸਤ ਨੂੰ ਮਨਾਇਆ ਜਾਂਦਾ ਹੈ। ਠੀਕ ਹੈ, ਇਸ ਦੇ ਕੁਝ ਆਪਾਂ ਇੰਪੋਰਟੈਂਟ ਪੁਆਇੰਟ ਦੇਖ ਲੈਣੇ, ਇਹ ਕਿਉਂ ਮਨਾਇਆ ਜਾਂਦਾ ਹੈ? ਤਾਂ ਹਰ ਸਾਲ ਮਹਿਲਾ ਸਮਾਨਤਾ ਦਿਵਸ 26 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮਕਸਦ ਪੂਰੀ ਦੁਨੀਆ ਵਿੱਚ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਦਿਵਾਉਣਾ ਹੈ, ਤਾਂ ਜੋ ਉਹ ਸਮਾਜ ਦੇ ਨਾਲ ਦੇਸ਼ ਦੀ ਉਸਾਰੀ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਸਕਣ। ਠੀਕ ਹੈ, ਤਾਂ ਇਸ ਜਿਹੜਾ ਮਹਿਲਾ ਸਮਾਨਤਾ ਦਿਵਸ ਹੈ ਤਾਂ ਇਸ ਦੀ ਥੀਮ ਕੀ ਹੈ? ਤਾਂ ਇਸ ਦੀ ਥੀਮ ਹੈ ਸੈਲੀਬ੍ਰੇਟਿੰਗ ਵੂਮੈਨਸ ਰਾਈਟਸ ਵੋਟ। ਠੀਕ ਹੈ, ਸੈਲੀਬ੍ਰੇਟਿੰਗ ਵੂਮੈਨਸ ਰਾਈਟਸ ਵੋਟ, ਇਹ ਤੁਸੀਂ ਯਾਦ ਰੱਖਣਾ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਆਪਾਂ ਨੈਕਸਟ ਕੁਐਸਚਨ। ਆਪਾਂ ਕੁਝ ਪਿਛਲੇ ਟੌਪ 5 ਦਿਵਸ ਯਾਦ ਕਰ ਲੈਂਦੇ ਹਾਂ। ਠੀਕ ਹੈ, ਤਾਂ ਜਿਹੜਾ ਰਾਸ਼ਟਰੀ ਅੰਕੜਾ ਦਿਵਸ ਹੈ ਉਹ ਕਦੋਂ ਮਨਾਇਆ ਜਾਂਦਾ ਹੈ? ਤਾਂ ਉਹ 29 ਜੂਨ ਨੂੰ ਮਨਾਇਆ ਜਾਂਦਾ ਹੈ। ਠੀਕ ਹੈ, ਰਾਸ਼ਟਰੀ ਅੰਕੜਾ ਦਿਵਸ, ਇਹ ਤੁਸੀਂ ਯਾਦ ਰੱਖਣਾ ਹੈ। ਅੱਗੇ ਦੇਖਦੇ ਹਾਂ ਅੰਤਰਰਾਸ਼ਟਰੀ ਸੂਖਮ ਛੋਟੇ ਅਤੇ ਦਰਮਿਆਨੇ ਉਦਯੋਗ ਦਿਵਸ 2022 ਇਹ ਕਦੋਂ ਮਨਾਇਆ ਜਾਂਦਾ ਹੈ? ਤਾਂ ਇਹ 27 ਜੂਨ ਨੂੰ ਮਨਾਇਆ ਜਾਂਦਾ ਹੈ। ਨੈਕਸਟ ਦੇਖਦੇ ਹਾਂ ਅੰਤਰਰਾਸ਼ਟਰੀ ਓਲੰਪਿਕ ਦਿਵਸ 2022 ਤੋਂ 2022 ਇਹ ਕਦੋਂ ਮਨਾਇਆ ਜਾਂਦਾ ਹੈ? ਤਾਂ ਇਹ
23 ਜੂਨ ਨੂੰ ਮਨਾਇਆ ਜਾਂਦਾ ਹੈ। ਠੀਕ ਹੈ, ਤਾਂ ਅੰਤਰਰਾਸ਼ਟਰੀ ਓਲੰਪਿਕ ਦਿਵਸ ਇਹ ਕਾਫੀ ਇੰਪੋਰਟੈਂਟ ਐਗਜ਼ਾਮ ਦੇ ਵਿੱਚ ਵੀ ਕਾਫੀ ਵਾਰ ਪੁੱਛਿਆ ਜਾਂਦਾ ਹੈ। ਠੀਕ ਹੈ, ਤਾਂ ਇਹ 23 ਜੂਨ ਨੂੰ ਮਨਾਇਆ ਜਾਂਦਾ ਹੈ। ਅਤੇ ਇਸ ਦੀ ਥੀਮ ਕੀ ਰਹੇਗੀ? ਤਾਂ ਇਸ ਦੀ ਥੀਮ ਰਹੇਗੀ ਟੂਗੈਦਰ ਫੋਰ ਅ ਪੀਸਫੁਲ ਵਰਲਡ। ਇਹ ਵੀ ਤੁਸੀਂ ਯਾਦ ਰੱਖਣਾ, ਐਗਜ਼ਾਮ ਦੇ ਵਿੱਚ ਕਈ ਵਾਰ ਥੀਮ ਦੇ ਬਾਰੇ ਵੀ ਪੁੱਛਿਆ ਜਾਂਦਾ ਕਿ ਅੰਤਰਰਾਸ਼ਟਰੀ ਓਲੰਪਿਕ ਦਿਵਸ ਕਿਸ ਥੀਮ 'ਤੇ ਆਧਾਰਿਤ ਹੈ, ਤਾਂ ਤੁਹਾਡਾ ਆਨਸਰ ਰਹੇਗਾ ਟੂਗੈਦਰ ਫੋਰ ਅ ਪੀਸਫੁਲ ਵਰਲਡ। ਤਾਂ ਨੈਕਸਟ ਦੇਖਦੇ ਹਾਂ, ਵਿਸ਼ਵ ਵਰਖਾ ਜੰਗਲ ਦਿਵਸ 2022 ਕਦੋਂ ਮਨਾਇਆ ਜਾਂਦਾ ਹੈ? ਤਾਂ ਇਹ 22 ਜੂਨ ਨੂੰ ਮਨਾਇਆ ਜਾਂਦਾ ਹੈ। ਠੀਕ ਹੈ, ਵਿਸ਼ਵ ਵਰਖਾ ਜੰਗਲ ਦਿਵਸ। ਠੀਕ ਹੈ, ਇਸ ਦੀ ਥੀਮ ਕੀ ਹੈ? ਦਾ ਟਾਈਮ ਇਜ਼ ਨਾਓ। ਦਾ ਟਾਈਮ ਇਜ਼ ਨਾਓ, ਵਿਸ਼ਵ ਵਰਖਾ ਜੰਗਲ ਦਿਵਸ। ਠੀਕ ਹੈ, ਦੇਖਦੇ ਹਾਂ ਨੈਕਸਟ ਕੁਐਸਚਨ, ਵਿਸ਼ਵ ਸ਼ਰਨਾਰਥੀ ਦਿਵਸ 2022 ਇਹ ਕਦੋਂ ਮਨਾਇਆ ਜਾਂਦਾ ਹੈ? ਤਾਂ ਇਹ 20 ਜੂਨ ਨੂੰ ਮਨਾਇਆ ਜਾਂਦਾ ਹੈ। ਠੀਕ ਹੈ, ਵਿਸ਼ਵ ਸ਼ਰਨਾਰਥੀ ਦਿਵਸ। ਜੇਕਰ ਇਹਦੀ ਥੀਮ ਦੀ ਗੱਲ ਕਰੀਏ ਤਾਂ ਇਹਦੀ ਥੀਮ ਹੈ whoever, whatever, whenever, everyone has the right to seek safety। ਇਹ ਵੀ ਤੁਸੀਂ ਯਾਦ ਰੱਖਣਾ। ਇਹ ਸਾਰੇ ਕੁਐਸਚਨ ਕਾਫੀ ਇੰਪੋਰਟੈਂਟ ਹੈ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ। ਦੇਖਦੇ ਹਾਂ ਆਪਾਂ ਨੈਕਸਟ ਕੁਐਸਚਨ, ਸ਼ਰਨਾਰਥੀਆਂ ਦੀ ਸ਼ੁਰੂਆਤ ਕਰਨ ਲਈ ਯੂਨੈਸਕੋ ਸ਼ਾਂਤੀ ਪੁਰਸਕਾਰ 2022 ਕੌਣ ਜਿੱਤਿਆ ਹੈ? ਤਾਂ ਇਸ ਦਾ ਆਨਸਰ ਕੀ ਰਹੇਗਾ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਬੀ, ਐਂਜਲਾ ਮਾਰਕਲ। ਠੀਕ ਹੈ, ਸਾਬਕਾ ਜਰਮਨ ਚਾਂਸਲਰ ਨੇ ਇਹ, ਜਿਹੜੇ ਇਹ ਯੂਨੈਸਕੋ ਸ਼ਾਂਤੀ ਪੁਰਸਕਾਰ ਜਿੱਤੇ ਨੇ। ਠੀਕ ਹੈ, ਆਪਾਂ ਇਸ ਦੇ ਕੁਝ ਇੰਪੋਰਟੈਂਟ ਪੁਆਇੰਟਸ ਦੇਖ ਲੈਂਦੇ ਹਾਂ। ਤਾਂ ਜਿਹੜੇ ਜਰਮਨੀ ਦੇ ਸਾਬਕਾ ਚਾਂਸਲਰ ਨੇ ਐਂਜਲਾ ਮਾਰਕਲ ਨੂੰ ਸ਼ਰਨਾਰਥੀਆਂ ਦਾ ਸਵਾਗਤ ਕਰਨ ਦੇ ਉਸ ਦੇ ਯਤਨਾਂ ਲਈ ਯੂਨੈਸਕੋ ਸ਼ਾਂਤੀ ਪੁਰਸਕਾਰ 2022 ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪੁਰਸਕਾਰ ਦਾ ਨਾਮ ਆਈਵਰੀ ਕੋਸਟ ਦੇ ਸਾਬਕਾ ਰਾਸ਼ਟਰਪਤੀ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸ ਨੂੰ ਅਧਿਕਾਰਤ ਤੌਰ 'ਤੇ ਫੈਲਿਕਸ ਹੌਫੈਟ-ਬੈਗੋਨ ਯੂਨੈਸਕੋ ਸ਼ਾਂਤੀ ਪੁਰਸਕਾਰ ਕਿਹਾ ਜਾਂਦਾ ਹੈ। ਤਾਂ ਜਿਹੜੀ ਯੂਨੈਸਕੋ ਸ਼ਾਂਤੀ ਪੁਰਸਕਾਰ ਹੈ, ਇਹ ਪੁਰਸਕਾਰ ਜਿਹੜਾ ਉਹ 1999 ਤੋਂ ਹਰ ਸਾਲ ਉਹਨਾਂ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸ਼ਾਂਤੀ, ਖੋਜ ਜਾਂ ਵਿਸ਼ਵ ਨੂੰ ਸੁਰੱਖਿਅਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਹਨ। ਇਹ ਵੀ ਤੁਸੀਂ ਯਾਦ ਰੱਖਣਾ ਹੈ ਦੋਸਤੋ। ਤਾਂ ਵੱਧਦੇ ਆਪਾਂ ਨੈਕਸਟ ਕੁਐਸਚਨ 'ਤੇ, ਕੇਂਦਰ ਸਰਕਾਰ ਵੱਲੋਂ ਖਾਦਾਂ ਦੀ ਚੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਵਨ ਨੈਸ਼ਨ ਇੱਕ ਰਾਸ਼ਟਰੀ ਖਾਦ ਯੋਜਨਾ ਸਕੀਮ ਇਹ ਭਾਰਤ ਵਿੱਚ ਕਦੋਂ ਲਾਗੂ ਹੋਵੇਗੀ? ਤਾਂ ਇਹ ਜਿਹੜੀ ਯੋਜਨਾ ਹੈ ਕਾਲਾਬਾਜ਼ਾਰੀ ਨੂੰ ਰੋਕਣ ਲਈ, ਇਹ ਸਕੀਮ ਕਦੋਂ ਲਾਗੂ ਹੋਵੇਗੀ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਏ, 2 ਅਕਤੂਬਰ 2022 ਨੂੰ ਇਹ ਸਕੀਮ ਲਾਗੂ ਹੋਵੇਗੀ। ਠੀਕ ਹੈ, ਤਾਂ ਇੱਕ ਰਾਸ਼ਟਰੀ ਇੱਕ ਖਾਦ ਯੋਜਨਾ ਦੇ ਤਹਿਤ ਖਾਦ ਕੰਪਨੀਆਂ ਨੂੰ ਆਪਣੇ ਬੈਗਾਂ ਦੇ ਸਿਰਫ 1/3 ਹਿੱਸੇ 'ਤੇ ਆਪਣਾ ਨਾਮ, ਬ੍ਰਾਂਡ, ਲੋਗੋ ਅਤੇ ਹੋਰ ਸੰਬੰਧਿਤ ਉਤਪਾਦ ਦੀ ਜਾਣਕਾਰੀ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਹੋਵੇਗੀ, ਜਦੋਂ ਕਿ ਬਾਕੀ ਜਿਹੜਾ 2/3 ਹਿੱਸਾ ਬਚ ਗਿਆ ਉਸ ਦੇ ਉੱਪਰ ਭਾਰਤ ਦਾ ਬ੍ਰਾਂਡ, ਕਹਿਣ ਦਾ ਮਤਲਬ ਕਿ PMBJP, ਭਾਰਤ ਦਾ ਬ੍ਰਾਂਡ PMGP ਦਾ ਲੋਗੋ ਦਿਖਾਉਣਾ ਲਾਜ਼ਮੀ ਹੋਵੇਗਾ। ਠੀਕ ਹੈ, ਤਾਂ ਇਸ ਸਕੀਮ ਦੇ ਤਹਿਤ ਯੂਰੀਆ ਹੋ ਗਿਆ, ਡੀ ਅਮੋਨੀਆ ਫਾਸਫੇਟ, ਮਿਊਰੇਟ ਆਫ ਪੋਟਾਸ਼ ਅਤੇ NPK ਇੱਕੋ ਬ੍ਰਾਂਡ ਨਾਲ ਹੇਠ ਉਪਲਬਧ ਹੋਣਗੇ ਅਤੇ ਖਾਦ ਦੀਆਂ ਬੋਰੀਆਂ 'ਤੇ ਲੱਗੇ ਲੋਗੋ ਤੋਂ ਸਪਸ਼ਟ ਹੋ ਜਾਵੇਗਾ ਕਿ ਇਹ ਖਾਦ ਕੇਂਦਰੀ ਹੈ। ਠੀਕ ਹੈ, ਇਹ ਕਾਫੀ ਵੱਡਾ ਕਦਮ ਚੁੱਕਿਆ ਹੈ ਕੇਂਦਰ ਦੀ ਸਰਕਾਰ ਨੇ। ਠੀਕ ਹੈ, ਦੇਖਦੇ ਹਾਂ ਆਪਾਂ ਨੈਕਸਟ ਕੁਐਸਚਨ, ਇੱਕ ਭਾਰਤੀ ਡਾਕਟਰ ਨੂੰ ਵਕਾਰੀ ਫੈਲੋ ਆਫ ਦਾ ਅਮਰੀਕਨ ਅਕੈਡਮੀ ਆਫ ਨਿਊਰੋਲੋਜੀ ਅਵਾਰਡ 2022 ਲਈ ਚੁਣਿਆ ਗਿਆ ਹੈ। ਠੀਕ ਹੈ, ਇਸ ਦੇ ਵਿੱਚ ਗੱਲ ਕੀਤੀ ਗਈ ਨਿਊਰੋਲੋਜੀ ਦੀ। ਠੀਕ ਹੈ, ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ, NV ਸੁੰਦਰਾਚਾਰੀ। ਠੀਕ ਹੈ, ਤਾਂ ਇਸ ਦੇ ਆਪਾਂ ਕੁਝ ਇੰਪੋਰਟੈਂਟ ਪੁਆਇੰਟਸ ਦੇਖ ਲੈਂਦੇ ਹਾਂ। ਤਾਂ ਡਾਕਟਰ NV ਸੁੰਦਰਾਚਾਰੀ ਨੂੰ ਨਿਊਰੋਲੋਜੀ ਦੇ ਖੇਤਰ ਵਿੱਚ ਉਹਨਾਂ ਦੇ ਵੱਡਮੁੱਲੇ ਯੋਗਦਾਨ ਲਈ ਇਹ ਸਨਮਾਨ ਦਿੱਤਾ ਜਾਵੇਗਾ। ਠੀਕ ਹੈ, ਤਾਂ ਡਾਕਟਰ NV ਸੁੰਦਰਾਚਾਰੀ ਸਿਧਾਰਥ ਮੈਡੀਕਲ ਕਾਲਜ ਵਿਜੇਵਾੜਾ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਸਨ। ਕਿੱਥੋਂ ਦੇ ਮੁਖੀ ਸਨ? ਸਿਧਾਰਥ ਮੈਡੀਕਲ ਕਾਲਜ ਵਿਜੇਵਾੜਾ ਦੇ। ਠੀਕ ਹੈ, ਤਾਂ ਜਿਹੜੇ ਅਮਰੀਕੀ ਅਕੈਡਮੀ ਆਫ ਨਿਊਰੋਲੋਜੀ ਅਵਾਰਡ ਦੇ ਫੈਲੋ ਨੇ ਨਿਊਰੋਲੋਜੀ ਅਤੇ ਦਵਾਈ ਦੇ ਖੇਤਰ ਦੇ ਵਿੱਚ ਵਿਸ਼ਵ ਦੇ ਸਭ ਤੋਂ ਵਕਾਰੀ ਸਨਮਾਨਾਂ ਵਿੱਚੋਂ ਇੱਕ ਵਜੋਂ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਹੈ। ਠੀਕ ਹੈ, ਜਿਹੜਾ ਨਿਊਰੋਲੋਜਿਸਟ ਹੁੰਦਾ ਤਾਂ ਉਹ ਕੀ ਹੁੰਦਾ ਹੈ? ਤਾਂ ਉਹ ਜਿਹੜੇ ਦਿਮਾਗ ਦੇ ਇਲਾਜ ਦੇ ਖੇਤਰ ਦੇ ਵਿੱਚ ਕੰਮ ਕਰਦੇ ਹਨ, ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੋਈ ਪਰੇਸ਼ਾਨੀ ਜਾਂ ਕਿਸੇ ਤਰ੍ਹਾਂ ਦੀ, ਤਾਂ ਉਸ ਦਾ ਹੱਲ ਕੌਣ ਕਰਦੇ ਨੇ? ਤਾਂ ਨਿਊਰੋਲੋਜਿਸਟ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਤਾਂ ਵੱਧਦੇ ਆਪਾਂ ਨੈਕਸਟ ਕੁਐਸਚਨ 'ਤੇ, ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾਰਮਨ ਨੇ ਕਿਸ ਰਾਜ ਵਿੱਚ CM ਮਾਈਕਰੋ ਫਾਈਨੈਂਸ ਸਕੀਮ ਦੀ ਸ਼ੁਰੂਆਤ ਕੀਤੀ ਹੈ? ਤਾਂ ਇਸ ਦਾ ਆਨਸਰ ਕੀ ਰਹੇਗਾ? ਤਾਂ ਆਪਸ਼ਨ ਨੰਬਰ ਬੀ, ਨਾਗਾਲੈਂਡ ਦੇ ਵਿੱਚ। ਠੀਕ ਹੈ, ਤਾਂ ਇਸ ਦੇ ਕੁਝ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਤਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਿਹੜੇ ਉਹ ਨਾਗਾਲੈਂਡ ਦੀ ਰਾਜਧਾਨੀ ਕੋਹਿਮਾ ਵਿੱਚ ਮੁੱਖ ਮੰਤਰੀ ਮਾਈਕਰੋ ਫਾਈਨੈਂਸ ਸਕੀਮ ਦੀ ਸ਼ੁਰੂਆਤ ਕੀਤੀ ਹੈ। ਤਾਂ ਕਿੱਥੇ ਸ਼ੁਰੂਆਤ ਕੀਤੀ ਹੈ? ਕੋਹਿਮਾ ਦੇ ਵਿੱਚ। ਠੀਕ ਹੈ, ਨਾਗਾਲੈਂਡ ਦੀ ਜਿਹੜੀ ਰਾਜਧਾਨੀ ਹੈ ਕੋਹਿਮਾ, ਉਸ ਦੇ ਉੱਤੇ ਵੀ ਕੀ ਕੀਤਾ ਹੈ? ਮਾਈਕਰੋ ਫਾਈਨੈਂਸ ਸਕੀਮ ਦੀ ਸ਼ੁਰੂਆਤ ਕੀਤੀ ਹੈ। ਤਾਂ ਇਸ ਦਾ ਉਦੇਸ਼ ਕੀ ਸੀ? ਜਿਹੜੀ ਆਪਾਂ ਫਾਈਨੈਂਸ ਸਕੀਮ ਲਾਗੂ ਕੀਤੀ ਹੈ ਤਾਂ ਉਸ ਦਾ ਉਦੇਸ਼ ਕੀ ਸੀ? ਤਾਂ ਇਸ ਦਾ ਉਦੇਸ਼ ਸੀ, ਇਸ ਯੋਜਨਾ ਦਾ ਉਦੇਸ਼ ਖੇਤੀਬਾੜੀ ਅਤੇ ਸਹਾਇਕ ਖੇਤਰ ਵਿੱਚ ਨਿਵੇਸ਼ ਵਧਾ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਖੇਤੀਬਾੜੀ ਮੰਡੀਕਰਨ ਨੈਟਵਰਕ ਅਤੇ ਬੁਨਿਆਦੀ ਢਾਂਚੇ ਨੂੰ ਵਧਾਉਣਾ ਹੈ।
ठीक है। तो इस विच गल कीती गई नागालैंड की। तो नागालैंड का मिलते जुलते कुछ क्वेश्चन कवर कर लेने। तो जिहड़े नागालैंड की स्थापना है वह कदों हुई सी? 1 दसंबर 1963 को। जिहड़ी नागालैंड की स्थापना है वह 1 दसंबर 1963 को की गई है। नागालैंड की राजधानी की गल करिए तो नागालैंड की राजधानी किहड़ी है? कोहिमा। नागालैंड के मुख्य मंत्री कौन है? नीफ्यू रोए। तो किस पार्टी नाल संबंध रखते हैं? नैशनल डेमोक्रेटिक प्रोग्रेसिव पार्टी। नागालैंड के राज्यपाल कौन ने? जगदीश मुखी। नागालैंड के चीफ जस्टिस कौन ने? रश्मिन एम छाया। नागालैंड के 3 गुआढ़ी देश किहड़े-किहड़े ने? तो अरुणाचल प्रदेश, असम और मणिपुर जिहड़े नागालैंड के 3 गुआढ़ी देश ने। तो नागालैंड दी लोक सभा सीटां कितनियां ने? जिहड़ी राज सभा सीट है वह तो 1 है, तो विधान सभा सीटां कितनियां ने? वह 60 ने। यह भी काफ़ी इंपोर्टेंट क्वेश्चन है, यह भी तुसीं चंगी तरह देख लिओ। देखते हैं आपां नैक्सट क्वेश्चन ते। प्योर रिसर्च सेंटर द्वारा जारी की गई रिपोर्ट इंडिया सैक्स रेशो एंड बर्थ बिगिनर्स टू नॉर्मलाइज के अनुसार साल 2019 तो 21 विच जन्म समय भारत का लिंग अनुपात की है? तो इसका आंसर की रहेगा? तो इसका आंसर रहेगा अपने को ऑप्शन नंबर डी 108। ठीक है, लिंग अनुपात की है 108। आप इस मिलते कुछ पॉइंट कर लें। तो इस सर्वेखण अनुसार हर 100 कुड़ियां पिछे लड़कियां की गिनती 2001 के विच 110 तो घट के 2019-21 विच सिर्फ 108 रह गई है। ठीक है, तो रिपोर्ट भारत के उत्तरी राज्यों में जन्म समय लिंग अनुपात में सब तो वध सुधार दर्शाती है, पर दक्षिणी राज्यों के नाल पूर्वी भारत में भी गिरावट दर्शाती है। इस दे नाल ही भारत में जिहड़ी गुमशुदा लड़कियां की औसत सालाना संख्या वो 2010 में लगभग 4.8 लाख सी। ठीक है, तो हुण घट के 2019 में 4.1 लाख रह गई है। ठीक है, यह भी तुसीं याद रखना है। दोस्तों जेकर तुहानूं ये वीडियो वधिया लग रही है तो इस वीडियो चलते चलते लाइक जरूर कर दिया करो। ठीक है, देखते हैं आप नैक्सट क्वेश्चन। प्रधानमंत्री नरेंद्र मोदी ने अमृता नाम के एशिया के सब तो वड्डे निजी हस्पताल का उद्घाटन कित्थे कीता है? तो इसका आंसर की रहेगा अपने को? तो इसका आंसर रहेगा अपने को ऑप्शन नंबर ए फरीदाबाद हरियाणा के विच। तो की होया? तो प्रधानमंत्री नरेंद्र मोदी ने हरियाणा के फरीदाबाद के विच अमृता नाम के एशिया के सब तो वड्डे 2600 इस्त्रियां वाले मल्टी स्पैशलिस्टी हस्पताल का उद्घाटन किया है। ठीक है, तो इस हस्पताल के इस हस्पताल 133 करोड़ रकबे के 6000 करोड़ रुपए की अंदाजन लागत नाल बनया है। किन्ने करोड़ रुपए लगे ने? 6000 करोड़ रुपया अंदाजा हो। ठीक है, तो अमृता हस्पताल का निर्माण माता अमृत आनंदमई मठ वालों किया गया है। ठीक है, किन्हां वालों किया गया है? माता अमृत आनंदमई मठ वालों किया गया है। यह भी तुसीं याद रखना है। ਆਪਾਂ कुछ टॉप 5 क्वेश्चन देख लेने इस महीने के। तो एशिया का सब तो वड्डा कंप्रैसड बायोगैस प्लांट कित्थे चालू किया गया है? वो हाल ही दे चालू किया गया, तो वह संगरूर पंजाब के चालू किया गया एशिया का सब तो वड्डा कंप्रैसड बायोगैस प्लांट। ठीक है, देखते हैं नैक्सट। दुनिया का सब तो वड्डा फ्लोटिंग सोलर पावर प्लांट किस नदी पर बनाया गया है? तो वह नर्मदा नदी भारत के बनाया गया है। यह भी तुसीं याद रखना है। देखते हैं नैक्सट। दुनिया की सब तो वड्डी साफ पानी वाली स्टिंगरे मच्छी किस देश किसकी खोज की गई है? तो कंबोडिया के खोज की गई है स्टिंगरे मच्छी की। ठीक है, तो भारत की पहली और एशिया की सब तो वड्डी तरल मिरर टैलीस्कोप कित्थे है? तो वो उत्तराखंड के विच है। किहड़ी? तरल मिरर टैलीस्कोप। ये भी तुसीं याद रखना है। तो दुनिया का सब तो वड्डी इलैक्ट्रिक 3 व्हीलर फैक्ट्री कित्थे स्थापित की जाएगी? तो तेलंगाना भारत के विच इलैक्ट्रिकल 3 व्हीलर फैक्ट्री तेलंगाना के विच स्थापित की जाएगी। वधदे आपां नैक्सट क्वेश्चन ते। अंतरराष्ट्रीय मुद्रा फंड IMF विच भारत का नवा कार्यकारी निर्देशक कौन बनाया गया है? तो IMF का जिहड़ा नवा कार्यकारी निर्देशक है वह कौन बनाया गया है? तो इसका आंसर रहेगा अपने को ऑप्शन नंबर डी कृष्णमूर्ति सुब्रमण्यम। कृष्णमूर्ति सुब्रमण्यम IMF के नवे निर्देशक बनाए गए हैं। तो जिहड़े कृष्णमूर्ति सुब्रमण्यम ने वह अंतरराष्ट्रीय मुद्रा फंड IMF विच सुरजीत भल्ला की थां ते। ठीक है, पहला कौन सी? सुरजीत भल्ला। सुरजीत भल्ला की थां ते भारत के नवे कार्यकारी निर्देशक बने हैं। तो इस दे विच गल की गई है IMF की। ठीक है, तो IMF की फुल फॉर्म होती है इंटरनेशनल मोनेटरी फंड। ठीक है, यह भी तुसीं याद रखना। कई बार एग्जाम के इसकी फुल फॉर्म पूछ लेंगे हैं। तो इंटरनेशनल मोनेटरी फंड। तो जी अंतरराष्ट्रीय मुद्रा फंड है IMF, तो इसकी स्थापना कदों की गई सी? तो 27 दिसंबर 1945 को। तो हैडकुआटर कित्थे इसदा? वाशिंगटन DC अमरीका के विच। तो इसके कुल किन्ने मैंबर देश ने? 190। तो इस उत्थों का राष्ट्रपति कौन है? क्रिस्टलिना जॉर्जिवा। ठीक है, यह भी तुसीं याद रखना। यह भी काफ़ी इंपोर्टेंट क्वेश्चन है। वधदे आपां नैक्सट क्वेश्चन ते।
ਸੰਯੁਕਤ ਰਾਸ਼ਟਰ ਦੇ ਅੰਕੜਾ ਦਫ਼ਤਰ ਵਿੱਚ ਵਿਸ਼ਵ ਬੈਂਕ ਦੁਆਰਾ ਜਾਰੀ ਕੀਤੇ ਗਏ ਗਲੋਬਲ ਆਬਾਦੀ ਦੇ ਅਨੁਮਾਨਾਂ ਦੇ ਅਨੁਸਾਰ ਕਿਸ ਦੇਸ਼ ਨੇ ਦੁਨੀਆ ਦੀ ਸਭ ਤੋਂ ਘੱਟ ਜਨਨ ਦਰ ਦਾ ਆਪਣਾ ਰਿਕਾਰਡ ਤੋੜਿਆ ਹੈ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਏ, ਦੱਖਣ ਕੋਰੀਆ ਦਾ। ਤਾਂ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਤਾਂ 2022 ਦੇ ਵਿੱਚ ਜਾਰੀ ਜਨਗਣਨਾ ਦੇ ਅੰਕੜਿਆਂ ਅਨੁਸਾਰ ਦੱਖਣੀ ਕੋਰੀਆ ਨੇ ਇੱਕ ਵਾਰ ਫਿਰ ਦੁਨੀਆ ਦੀ ਸਭ ਤੋਂ ਘੱਟ ਪ੍ਰਜਨਨ ਦਰ ਦਾ ਆਪਣਾ ਰਿਕਾਰਡ ਤੋੜ ਦਿੱਤਾ ਹੈ। ਦੱਖਣੀ ਕੋਰੀਆ ਦੀ ਜਨਨ ਦਰ 1 ਸਾਲ ਪਹਿਲਾਂ 0.84, ਠੀਕ ਹੈ, 1 ਸਾਲ ਪਹਿਲਾਂ 0.84 ਤੋਂ ਘੱਟ ਕੇ 2021 0.81 ਰਹਿ ਗਈ ਹੈ। ਪ੍ਰਜਨਨ ਦਰ ਅਮਰੀਕਾ ਵਿੱਚ 1.66 ਤੋਂ ਜਾਪਾਨ ਵਿੱਚ 1.37 ਰਹਿ ਗਈ ਹੈ, ਠੀਕ ਹੈ। ਪ੍ਰਜਨਨ ਦੇ ਸਾਲ ਦੌਰਾਨ ਇੱਕ ਔਰਤ ਤੋਂ ਪੈਦਾ ਹੋਣ ਵਾਲੇ ਬੱਚਿਆਂ ਦੀ ਔਸਤ ਸੰਖਿਆ ਹੁੰਦੀ ਹੈ, ਠੀਕ ਹੈ। ਅਤੇ ਭਾਰਤ ਦੇ ਵਿੱਚ ਕੁਝ ਮਹੀਨੇ ਪਹਿਲਾਂ ਜਾਰੀ ਕੀਤੇ ਗਏ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ 5ਵੇਂ ਗੇੜ ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ ਜਿਹੜੀ ਕੁੱਲ ਪ੍ਰਜਨਨ ਦਰ ਹੈ ਉਹ 2.2 ਤੋਂ ਘੱਟ ਕੇ 2.0 ਤੱਕ ਹੋ ਗਈ ਹੈ। ਭਾਰਤ ਦੀ ਜਿਹੜੀ ਆਹ ਰਿਪੋਰਟ ਹੈ। ਦੇਖਦੇ ਹਾਂ ਆਪਾਂ ਅੱਗੇ ਨੈਕਸਟ ਕੁਐਸਚਨ। ਨਕਸਲਵਾਦ ਦੀ ਸਮੱਸਿਆਵਾਂ ਨੂੰ ਜੜੋਂ ਪੁੱਟਣ ਲਈ ਭੋਪਾਲ ਵਿੱਚ ਹੋਈ ਕੇਂਦਰੀ ਜ਼ੋਨਲ ਕੌਂਸਲ ਦੀ 23ਵੀਂ ਮੀਟਿੰਗ ਦੀ ਪ੍ਰਧਾਨਗੀ ਕਿਸ ਨੇ ਕੀਤੀ ਹੈ? ਤਾਂ ਇਸ ਦਾ ਆਨਸਰ ਕੀ ਰਹੇਗਾ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ। ਤਾਂ ਅਮਿਤ ਸ਼ਾਹ ਨੇ, ਜਿਹੜੇ ਉਹ ਕੇਂਦਰੀ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਭਾਰਤ ਦੇ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਅਮਿਤ ਸ਼ਾਹ ਨੇ, ਠੀਕ ਹੈ। ਤਾਂ ਜਿਹੜੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਭੋਪਾਲ ਦੇ ਵਿੱਚ ਕੇਂਦਰੀ ਜ਼ੋਨਲ ਕੌਂਸਲ ਦੀ 23ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ। ਇਹ ਮੀਟਿੰਗ ਹੈ ਜਿਹੜੀ ਉਹ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਖਾੜਕੂਵਾਦ ਆਦਿ ਦੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਆਯੋਜਿਤ ਕੀਤੀ ਗਈ ਹੈ। ਤਾਂ ਇਸ ਦੇ ਵਿੱਚ ਖੇਤਰੀ ਕੌਂਸਲ ਹੈ। ਤਾਂ ਖੇਤਰੀ ਕੌਂਸਲ ਕੀ ਚੀਜ਼ ਹੈ? ਤਾਂ ਖੇਤਰੀ ਪਰਿਸ਼ਦ ਇੱਕ ਵਿਧਾਨ ਸੰਸਥਾ ਹੈ। ਇਹ ਸੰਸਦ ਦੇ ਇੱਕ ਐਕਟ ਦੁਆਰਾ ਸਥਾਪਿਤ ਕੀਤੀ ਗਈ ਹੈ, ਯਾਨੀ ਕਿ ਰਾਜ ਪੁਨਰਗਠਨ ਐਕਟ 1956 ਦੇ ਤਹਿਤ ਇਹ ਸਥਾਪਿਤ ਕੀਤੀ ਗਈ ਹੈ। ਇਸ ਐਕਟ ਨੇ ਭਾਰਤ ਦੇ 5 ਖੇਤਰਾਂ ਉੱਤਰੀ, ਕੇਂਦਰੀ, ਪੂਰਬੀ, ਪੱਛਮੀ ਅਤੇ ਦੱਖਣੀ ਵਿੱਚ ਵੀ ਵੰਡਿਆ ਅਤੇ ਹਰੇਕ ਖੇਤਰ ਵਿੱਚ ਇੱਕ ਖੇਤਰੀ ਕੌਂਸਲ ਪ੍ਰਦਾਨ ਕੀਤੀ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਆਪਾਂ ਨੈਕਸਟ ਕੁਐਸਚਨ। ਕਿਸ ਸਾਹਿਤਕਾਰ ਨੂੰ ਉਸਦੇ ਹਿੰਦੀ ਨਾਵਲ ਪ੍ਰਿਆਮ ਲਈ ਸਾਹਿਤ ਅਕਾਦਮੀ ਯੁਵਾ ਪੁਰਸਕਾਰ 2022 ਨਾਲ ਸਨਮਾਨਿਤ ਕੀਤਾ ਜਾਵੇਗਾ? ਤਾਂ ਇਸ ਦਾ ਆਨਸਰ ਕੀ ਰਹੇਗਾ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ, ਭਗਵੰਤ ਅਨਮੋਲ ਨੂੰ। ਤਾਂ ਭਗਵੰਤ ਅਨਮੋਲ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਨੇ ਕੀ ਕੀਤਾ ਸੀ, ਕੁਝ ਆਪਾਂ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਤਾਂ ਵੱਖ-ਵੱਖ ਭਾਸ਼ਾਵਾਂ ਦੇ 23 ਲੇਖਕਾਂ ਦੀਆਂ ਰਚਨਾਵਾਂ ਨੂੰ ਸਾਲ 2022 ਦੇ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਨਾਲ ਚੁਣਿਆ ਗਿਆ ਹੈ। ਜਿਹੜੇ ਸਾਹਿਤ ਅਕਾਦਮੀ ਨੇ ਇਸ ਸਾਲ ਦੇ ਬਾਲ ਸਾਹਿਤ ਪੁਰਸਕਾਰਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਹਿੰਦੀ ਭਾਸ਼ਾ ਦੇ ਵਿੱਚ ਇਹ ਪੁਰਸਕਾਰ ਸੀਨੀਅਰ ਸਾਹਿਤਕਾਰ ਕਸ਼ਮਾ ਸ਼ਰਮਾ, ਠੀਕ ਹੈ, ਸੀਨੀਅਰ ਸਾਹਿਤਕਾਰ ਕਸ਼ਮਾ ਸ਼ਰਮਾ ਨੂੰ ਉਹਨਾਂ ਦੇ ਕਹਾਣੀ ਸੰਗ੍ਰਹਿ ਚਲਦੇ ਬਹਾਲ ਕਹਾਣੀਆਂ ਲਈ ਦਿੱਤਾ ਜਾਵੇਗਾ, ਠੀਕ ਹੈ। ਆਪਾਂ ਕੁਝ ਜੇਤੂਆਂ ਦੀ ਸੂਚੀ ਦੇਖ ਲੈਂਦੇ ਹਾਂ ਅਵਾਰਡਾਂ ਦੀ। ਜਿਹੜੀ ਡੋਂਗਰੀ ਭਾਸ਼ਾ ਵਿੱਚ ਕਠਪੁਤਲੀ ਕਹਾਣੀ ਹੈ ਤਾਂ ਉਸ ਦਾ ਅਵਾਰਡ ਕਿਸ ਨੂੰ ਮਿਲਿਆ ਹੈ? ਤਾਂ ਆਸ਼ੀਸ਼ ਸ਼ਰਮਾ ਨੂੰ ਮਿਲਿਆ ਹੈ, ਠੀਕ ਹੈ। ਅੰਗਰੇਜ਼ੀ ਭਾਸ਼ਾ ਦੇ ਵਿੱਚ ਜਿਹੜੇ ਮਹੀਰ ਵਤਸ ਹੈ ਮਹੀਰ ਵਤਸੋਂ ਹਜ਼ਾਰਬਾਗ ਐਨ ਇੰਟੀਸੈਂਟ ਦੀਆਂ ਕਹਾਣੀਆਂ ਛੋਟਾ ਨਾਗਪੁਰ ਪਲੋਟੋ ਯਾਤਰਾ ਦੀ ਖੋਜ ਵਜੋਂ ਪੁਰਸਕਾਰ ਮਿਲਿਆ ਹੈ, ਠੀਕ ਹੈ। ਜਿਹੜਾ ਗੁਜਰਾਤੀ ਭਾਸ਼ਾ ਦੀ ਗੱਲ ਕਰੀਏ ਤਾਂ ਗੁਜਰਾਤੀ ਭਾਸ਼ਾ ਦੇ ਵਿੱਚ ਭਾਰਤ ਖੇਨੀ ਤੋਂ ਰਾਜਾ ਰਵੀ ਵਰਮਾ, ਇਹਨਾਂ ਨੇ ਕੀ ਲਿਖਿਆ ਸੀ? ਜੀਵਨੀ ਲਿਖੀ ਸੀ, ਠੀਕ ਹੈ, ਗੁਜਰਾਤੀ ਭਾਸ਼ਾ ਦੇ ਵਿੱਚ। ਅਤੇ ਨੀਲ ਕੁਰਿੰਜੀ ਕਹਾਣੀ ਹੈ ਜਿਹੜੀ ਉਹ ਸੰਗਰਾਜ ਲਈ ਕੰਨੜ ਵਿੱਚ ਦਾਦਾ ਪੀਰ ਜੈਸਨ ਲਈ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਕੁਐਸਚਨ ਨੰਬਰ 15। ਪਹਿਲਾ ਖੇਲੋ ਇੰਡੀਆ ਪਹਿਲਾ ਜੂਡੋ ਟੂਰਨਾਮੈਂਟ 2022 ਕਿੱਥੇ ਆਯੋਜਿਤ ਕੀਤਾ ਜਾਵੇਗਾ? ਤਾਂ ਇਸ ਦਾ ਆਨਸਰ ਕੀ ਰਹੇਗਾ ਆਪਣੇ ਕੋਲ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਈ, ਢੁਕਵੇਂ ਸਾਰੇ। ਇਹ ਜਿੰਨੇ ਵੀ ਆਪਣੇ ਸ਼ਹਿਰ ਨੇ ਇੱਥੇ ਇਹ ਸਾਰਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇ। ਕਿਵੇਂ? ਆਪਾਂ ਕੁਝ ਇੰਪੋਰਟੈਂਟ ਪੁਆਇੰਟ ਦੇ ਹਿਸਾਬ ਨਾਲ ਦੇਖ ਲੈਂਦੇ ਹਾਂ, ਠੀਕ ਹੈ। ਤਾਂ ਜਿਹੜੇ 4 ਜ਼ੋਨ ਨੇ, ਜਿਵੇਂ ਪਹਿਲਾ ਖੇਲੋ ਇੰਡੀਆ ਪਹਿਲਾ ਜੂਡੋ ਟੂਰਨਾਮੈਂਟ 2022 ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਪਹਿਲਾ ਜ਼ੋਨ ਹੈ ਜਿਹੜਾ ਉਹ ਗੁਹਾਟੀ ਅਸਾਮ ਦੇ ਵਿੱਚ ਸ਼ੁਰੂ ਹੋਵੇਗਾ। ਜਿਹੜਾ ਪਹਿਲਾ ਜ਼ੋਨ ਦੇ ਵਿੱਚ ਮੁਕਾਬਲੇ ਹੋਣੇ ਨੇ ਉਹ ਗੁਹਾਟੀ ਅਸਾਮ ਦੇ ਵਿੱਚ ਸ਼ੁਰੂ ਹੋਣੇ ਨੇ। ਇਸ ਤੋਂ ਬਾਅਦ ਇਹ ਇੱਕ ਓਪਨ ਖੇਤਰੀ ਪੱਧਰ ਦਾ ਰੈਂਕਿੰਗ ਟੂਰਨਾਮੈਂਟ ਹੈ। ਇਸ ਟੂਰਨਾਮੈਂਟ ਵਿੱਚ ਪ੍ਰਤੀਯੋਗੀ 4 ਉਮਰ ਵਰਗ ਸਬ ਜੂਨੀਅਰ 12 ਤੋਂ 15 ਸਾਲ ਤੱਕ ਦੇ, 15 ਤੋਂ 17 ਸਾਲ ਤੱਕ ਦੇ, 15 ਤੋਂ 20 ਸਾਲ ਅਤੇ 15+ ਸਾਲ ਤੱਕ ਦੇ ਮੁਕਾਬਲੇ ਹੋਣਗੇ, ਠੀਕ ਹੈ। ਜਿਹੜੇ ਇਹ ਚਾਰੋਂ ਜ਼ੋਨਾਂ ਦੇ ਵਿੱਚ ਹੋਣ ਵਾਲੇ ਮੁਕਾਬਲਿਆਂ ਦਾ ਰਾਸ਼ਟਰੀ ਰਾਊਂਡ 20 ਤੋਂ 23 ਅਕਤੂਬਰ ਤੱਕ ਨਵੀਂ ਦਿੱਲੀ KD ਜਾਦਵ ਇੰਡੋਰ ਸਟੇਡੀਅਮ ਵਿਖੇ ਹੋਵੇਗਾ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਦੇਖਦੇ ਹਾਂ ਆਪਾਂ ਨੈਕਸਟ ਕੁਐਸਚਨ। ਸਪੋਰਟਸ ਟਰੈਵਲ ਕੰਪਨੀ ਡ੍ਰੀਮ ਸੈਟ ਗੋ ਦਾ ਪਹਿਲਾ ਬ੍ਰਾਂਡ ਅੰਬੈਸਡਰ ਕੌਣ ਹੈ? ਠੀਕ ਹੈ, ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ। ਤਾਂ ਇਸ ਦਾ ਆਨਸਰ ਕੀ ਰਹੇਗਾ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਏ, ਸੌਰਵ ਗਾਂਗੁਲੀ।
ਕੀ ਨੇ ਇਹ ਡ੍ਰੀਮ ਸੈੱਟ ਗੋ ਦੇ ਪਹਿਲੇ ਬ੍ਰਾਂਡ ਅੰਬੈਸਡਰ ਨੇ। ਠੀਕ ਹੈ, ਕੁਝ ਆਪਾਂ ਇਸਦੇ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਤਾਂ ਡ੍ਰੀਮ ਸੈੱਟ ਗੋ ਇੱਕ ਡ੍ਰੀਮ ਸਪੋਰਟਸ ਦਾ ਹਿੱਸਾ ਹੈ। ਠੀਕ ਹੈ, ਡ੍ਰੀਮ ਸਪੋਰਟਸ 140 ਮਿਲੀਅਨ ਉਪਭੋਗਤਾਵਾਂ ਦੇ ਨਾਲ ਭਾਰਤ ਦੀ ਪ੍ਰਮੁੱਖ ਖੇਡ ਤਕਨਾਲੋਜੀ ਕੰਪਨੀ ਹੈ, ਜਿਸ ਵਿੱਚ ਡ੍ਰੀਮ 11, ਫੈਨਕੋਡ, ਡ੍ਰੀਮ ਕੈਪੀਟਲ ਸ਼ਾਮਲ ਹਨ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ, ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ। ਆਪਾਂ ਟੌਪ 5 ਬ੍ਰਾਂਡ ਅੰਬੈਸਡਰ ਦੇਖ ਲੈਂਦੇ ਹਾਂ। ਠੀਕ ਹੈ, ਤਾਂ ਕੋਲਡ ਡਰਿੰਕ ਕੰਪਨੀ ਜਿਹੜੀ ਥਮਸ ਅਪ, ਤਾਂ ਉਸਦੇ ਨਵੇਂ ਬ੍ਰਾਂਡ ਅੰਬੈਸਡਰ ਕੌਣ ਨੇ? ਉਹ ਸ਼ਾਹਰੁਖ ਖਾਨ ਨੇ। ਠੀਕ ਹੈ, ਉੱਤਰਾਖੰਡ ਦਾ ਨਵਾਂ ਸਟੇਟ ਅੰਬੈਸਡਰ ਕੌਣ ਹੈ? ਰਿਸ਼ਵ ਪੰਤ ਨੇ। ਘੜੀ ਕੰਪਨੀ ਸ਼ੋਰ ਦਾ ਨਵਾਂ ਬ੍ਰਾਂਡ ਅੰਬੈਸਡਰ ਕੌਣ ਹੈ? ਵਾਣੀ ਕਪੂਰ। ਤੇ ਅੱਗੇ ਦੇਖਦੇ ਹਾਂ, ਗੇਮਿੰਗ ਪਲੇਟਫਾਰਮ pokerbazi.com ਦਾ ਨਵੇਂ ਬ੍ਰਾਂਡ ਅੰਬੈਸਡਰ ਸ਼ਾਹਿਦ ਕਪੂਰ ਨੇ। ਸਪੋਰਟਸ ਕੱਪੜਿਆਂ ਦੀ ਜਿਹੜੀ ਬ੍ਰਾਂਡ ਕੰਪਨੀ ਹੈ ਪਿਊਮਾ ਦਾ ਨਵੇਂ ਬ੍ਰਾਂਡ ਅੰਬੈਸਡਰ ਕੌਣ ਨੇ? ਉਹ ਨੇ ਜਾਰਜ ਰਸਲ। ਠੀਕ ਹੈ, ਇਹ ਤੁਸੀਂ ਯਾਦ ਰੱਖਣੇ, ਇਹ ਬ੍ਰਾਂਡ ਅੰਬੈਸਡਰ ਕਾਫੀ ਇੰਪੋਰਟੈਂਟ ਨੇ, ਇਹ ਐਗਜ਼ਾਮ ਦੇ ਵਿੱਚ ਕਈ ਵਾਰ ਪੁੱਛੇ ਜਾ ਸਕਦੇ ਨੇ, ਇਹ ਤੁਸੀਂ ਯਾਦ ਰੱਖਿਓ। ਦੇਖਦੇ ਹਾਂ ਆਪਾਂ ਅੱਜ ਦਾ ਅਗਲਾ ਨੈਕਸਟ ਕੁਐਸਚਨ। ਸੁਤੰਤਰਤਾ ਸੰਗਰਾਮ ਵਿੱਚ ਸ਼ਾਮਿਲ ਅਣਗਿਣਤ ਨਾਇਕਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਆਜ਼ਾਦੀ ਕੁਐਸਟਨ ਨਾਮ ਦੀ ਇੱਕ ਮੋਬਾਈਲ ਗੇਮ ਐਪ ਕਿਸ ਨੇ ਲਾਂਚ ਕੀਤੀ ਹੈ? ਤਾਂ ਸੁਤੰਤਰਤਾ ਸੰਗਰਾਮ ਵਾਲੇ। ਠੀਕ ਹੈ, ਤਾਂ ਜਿਹੜੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਉਹਨਾਂ ਦੇ ਨਾਇਕਾਂ ਦੇ ਲਈ ਇੱਕ ਐਪ ਲਾਂਚ ਕੀਤੀ ਹੈ, ਤਾਂ ਉਹ ਕਿਸੇ ਨੇ ਲਾਂਚ ਕੀਤੀ ਹੈ? ਤਾਂ ਇਸ ਦਾ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਏ, ਅਨੁਰਾਗ ਠਾਕੁਰ ਨੇ। ਇਹ ਕੌਣ ਨੇ? ਇਹ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ। ਠੀਕ ਹੈ, ਅਨੁਰਾਗ ਠਾਕੁਰ। ਠੀਕ ਹੈ, ਆਪਾਂ ਇਸ ਦੇ ਨਾਲ ਮਿਲਦੇ ਕੁਝ ਇੰਪੋਰਟੈਂਟ ਕੁਐਸਚਨ ਦੇਖ ਲੈਂਦੇ ਹਾਂ। ਤਾਂ ਇਹ ਔਨਲਾਈਨ ਸਿਖਲਾਈ ਮੋਬਾਈਲ ਗੇਮਾਂ ਦੀ ਲੜੀ ਜ਼ਿੰਗਾ ਇੰਡੀਆ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਠੀਕ ਹੈ, ਇਸ ਦਾ ਮੁੱਖ ਉਦੇਸ਼ ਕੀ ਹੈ? ਤਾਂ ਇਸ ਦਾ ਜਿਹੜਾ ਮੁੱਖ ਉਦੇਸ਼ ਹੈ, ਇਹ ਇੱਕ ਮੋਬਾਈਲ ਐਪ ਦਾ ਉਦੇਸ਼ ਔਨਲਾਈਨ ਗੇਮਾਂ ਰਾਹੀਂ ਦੇਸ਼ ਦੇ ਉਹਨਾਂ ਨਾਇਕਾਂ ਬਾਰੇ ਦੱਸਣਾ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਠੀਕ ਹੈ, ਆਪਾਂ ਕੁਝ ਟੌਪ 5 ਕੁਐਸਚਨ ਦੇਖ ਲੈਂਦੇ ਹਾਂ। ਕਿਸ ਨੇ ਭਾਰਤੀ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਐਕਵਾ ਬਾਜ਼ਾਰ ਨਾਮ ਦੀ ਐਪ ਲਾਂਚ ਕੀਤੀ ਹੈ? ਠੀਕ ਹੈ, ਐਕਵਾ ਬਾਜ਼ਾਰ ਨਾਮ ਦੀ। ਤਾਂ ਉਸ ਦਾ ਆਨਸਰ ਕੀ ਰਹੇਗਾ? ਤਾਂ ਇਸ ਦਾ ਆਨਸਰ ਰਹੇਗਾ ਆਪਣਾ ਪੁਰਸ਼ੋਤਮ ਰੁਪਾਲਾ। ਇਹ ਕੌਣ ਨੇ? ਇਹ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰੀ ਨੇ। ਠੀਕ ਹੈ, ਪੁਰਸ਼ੋਤਮ ਰੁਪਾਲਾ। ਦੇਖਦੇ ਹਾਂ ਨੈਕਸਟ ਕੁਐਸਚਨ। ਕਿਸ ਰਾਜ ਸਰਕਾਰ ਨੇ GST ਦੀ ਚੋਰੀ ਨੂੰ ਰੋਕਣ ਲਈ ਲੱਕੀ ਬਿੱਲ ਨਾਮ ਦੀ ਐਪ ਲਾਂਚ ਕਰਨ ਦਾ ਐਲਾਨ ਕੀਤਾ ਹੈ? ਤਾਂ ਕੇਰਲ ਰਾਜ ਨੇ। ਤਾਂ ਦੇਖਦੇ ਹਾਂ ਨੈਕਸਟ। ਕਿਸ ਸੰਸਥਾ ਨੇ ਭਾਰਤ ਵਿੱਚ ਇਲੈਕਟ੍ਰੋਨਿਕ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤ ਨਾਮ ਦੀ ਐਪ ਮੋਬਾਈਲ ਐਪ ਲਾਂਚ ਕੀਤੀ ਹੈ? ਤਾਂ ਨੀਤੀ ਆਯੋਗ ਨੇ ਲਾਂਚ ਕੀਤੀ ਹੈ। ਦੇਖਦੇ ਹਾਂ ਨੈਕਸਟ। ਗਲੀ ਬੱਚਿਆਂ ਦੇ ਮੁੜ ਵਸੇਵੇ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਲਈ CISS ਨਾਮ ਦੀ ਐਪ ਕਿਸ ਨੇ ਲਾਂਚ ਕੀਤੀ ਹੈ? ਤਾਂ ਰਾਸ਼ਟਰੀ ਸੁਰੱਖਿਆ ਕਮਿਸ਼ਨ ਬਾਲ ਅਧਿਕਾਰ NCPCR ਨੇ ਲਾਂਚ ਕੀਤੀ ਹੈ। ਦੇਖਦੇ ਹਾਂ ਨੈਕਸਟ। ਬੀਚਾਂ ਦੀ ਸੁਰੱਖਿਆ ਲਈ ਬੀਚ ਵਿਜ਼ਲ ਨਾਮ ਦੀ ਮੋਬਾਈਲ ਐਪ ਕਿਸ ਨੇ ਲਾਂਚ ਕੀਤੀ ਹੈ? ਤਾਂ ਪ੍ਰਮੋਦ ਸਾਵੰਤ ਨੇ, ਗੋਆ ਦੇ ਜਿਹੜੇ ਮੁੱਖ ਮੰਤਰੀ ਨੇ। ਠੀਕ ਹੈ, ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ, ਗੋਆ ਦੇ ਮੁੱਖ ਮੰਤਰੀ ਕੌਣ ਨੇ? ਪ੍ਰਮੋਦ ਸਾਵੰਤ। ਦੇਖਦੇ ਹਾਂ ਅੱਜ ਦਾ ਲਾਸਟ ਕੁਐਸਚਨ। ਭਾਰਤ ਵਿੱਚ ਟਮਾਟੋ ਫਲੂ ਨਾਮਕ ਵਾਇਰਸ ਦਾ ਪਹਿਲਾ ਕੇਸ ਕਿਸ ਰਾਜ ਵਿੱਚ ਪਾਇਆ ਗਿਆ ਹੈ? ਤਾਂ ਇਸ ਦਾ ਆਨਸਰ ਕੀ ਰਹੇਗਾ? ਤਾਂ ਕੇਰਲ ਰਾਜ ਦੇ ਵਿੱਚ ਜਿਹੜਾ ਟਮਾਟੋ ਫਲੂ ਵਾਇਰਸ ਹੈ, ਇਸ ਦਾ ਜਿਹੜਾ ਪਹਿਲਾ ਕੇਸ ਹੈ ਉਹ ਕੇਰਲ ਦੇ ਵਿੱਚ ਪਾਇਆ ਗਿਆ ਹੈ। ਠੀਕ ਹੈ, ਤਾਂ ਜਿਹੜਾ ਟਮਾਟਰ ਫਲੂ ਹੈ ਇਹ ਇੱਕ ਵਾਇਰਸ ਪਹਿਲੀ ਵਾਰ ਕੇਰਲ ਦੇ 2 ਕੋਲਮ ਜ਼ਿਲ੍ਹੇ ਨੇ ਰਿਪੋਰਟ ਕੀਤਾ ਗਿਆ ਸੀ। ਠੀਕ ਹੈ, 2 ਜ਼ਿਲ੍ਹਿਆਂ ਵਿੱਚ ਜਿਹੜਾ ਭਾਰਤ ਵਿੱਚ ਟਮਾਟਰ ਫਲੂ ਦੇ 80 ਸੰਭਾਵਿਤ ਮਾਮਲੇ ਸਾਹਮਣੇ ਆਏ ਸਨ। ਸਾਰੇ ਇਹ ਜਿਹੜੇ ਮਾਮਲੇ ਸੀ ਉਹ ਸਾਰੇ 5 ਸਾਲ ਤੋਂ ਘੱਟ ਦੇ ਉਮਰ ਦੇ ਸਨ। ਠੀਕ ਹੈ, 4-5 ਸਾਲ ਦੇ ਘੱਟ ਦੇ ਉਮਰ ਦੇ ਜਵਾਕਾਂ ਦੇ ਸਨ। ਠੀਕ ਹੈ, ਜਿਹੜੇ ਟਮਾਟਰ ਫਲੂ ਕਾਰਨ ਚਮੜੀ ਦੇ ਥੱਫੜ ਵੀ ਦਿਖਾਈ ਦਿੰਦੇ ਹਨ, ਜਿਸ ਕਾਰਨ ਮਰੀਜ਼ ਚਮੜੀ 'ਤੇ ਚੱਲਣ ਦੀ ਸ਼ਿਕਾਇਤ ਕਰਦੇ ਹਨ। ਤਾਂ ਤੁਸੀਂ ਇਹ ਵੀ ਯਾਦ ਰੱਖਣਾ, ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ। ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੈ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਐਂਡ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਆਪਣੇ ਦੋਸਤਾਂ ਮਿੱਤਰਾਂ ਵਿੱਚ ਇਸ ਕਲਾਸ ਨੂੰ ਜ਼ਰੂਰ ਸ਼ੇਅਰ ਕਰਿਓ। ਠੀਕ ਹੈ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮੱਚ।